ਧੰਨ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਬੇਮੁਖ ਹੋਏ RAM ਤੇ, ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਮੁਬਾਰਕ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਸ ਚੜ੍ਹੇ ਹੋਏ ਨਵੇਂ ਮਹੀਨੇ ਕੱਤਕ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਤਕ ਕਰਮ ਕਮਾਵਣੇ। ਕਮਾਵਣੇ ਦਾ ਅਰਥ ਹੈ ਕਰਨੇ। ਕੱਤਕ ਦੇ ਮਹੀਨੇ ਦੇ ਅੰਦਰ ਕੰਮ ਕਰਨੇ ਹਨ, ਪਰ ਕੰਮ ਕਰਨੇ ਕਿਹੜੇ ਹਨ? ਜਿਨ੍ਹਾਂ ਕਰਮਾਂ ਦੇ ਨਾਲ ਮਨੁੱਖ ਨੂੰ ਪਛਤਾਉਣਾ ਨਾ ਪਵੇ। ਦੋ ਤਰ੍ਹਾਂ ਦੇ ਕਰਮ, ਜਿਨ੍ਹਾਂ ਕਰਮਾਂ ਦੇ ਅੰਦਰ ਮਨੁੱਖ ਚੰਗੇ ਜਾਂ ਮਾੜੇ ਕਰਦਾ ਹੈ, ਪਰ ਇਹ ਮਨੁੱਖ ਦੀ ਫਿਤਰਤ ਹੈ ਕਿ ਜਦੋਂ ਵੀ ਇਹਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ, ਜਿਸ ਕੰਮ ਦੇ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ, ਇਹਦਾ ਸਿਹਰਾ ਉਹ ਆਪਣੇ ਸਿਰ ਦੇ ਉੱਤੇ ਲੈਂਦਾ ਵੀ ਆਹ ਮੈਂ ਕੰਮ ਕੀਤਾ ਅਤੇ ਮੈਨੂੰ ਆਹ ਖੁਸ਼ੀ ਪ੍ਰਾਪਤ ਹੋਈ ਹੈ। ਪਰ ਜਦੋਂ ਕਿਤੇ ਗਮੀ ਪ੍ਰਾਪਤ ਹੋਵੇ, ਭਾਵ ਦੁੱਖ ਪ੍ਰਾਪਤ ਹੋਵੇ, ਅਤੇ ਫਿਰ ਉਸ ਦੁੱਖ ਦਾ ਸਿਹਰਾ ਆਪਣੇ ਸਿਰ ਕਦੀ ਨਹੀਂ ਲੈਂਦਾ। ਇਹ ਉਹਦਾ ਸਿਹਰਾ ਕਿਸੇ ਦੂਸਰੇ ਦੇ ਸਿਰ ਮੜ੍ਹ ਦਿੰਦਾ ਹੈ। ਇਹ ਦੋਸ਼ ਦੂਸਰੇ ਦੇ ਸਿਰ ਮੜ੍ਹ ਦਿੰਦਾ ਹੈ। ਆਹ ਮੇਰੇ ਪਰਿਵਾਰ ਕਰਕੇ ਹੋਇਆ, ਆਹ ਮੇਰੇ ਸ਼ਰੀਕ ਸੰਬੰਧੀਆਂ ਕਰਕੇ ਹੋਇਆ, ਆਹ ਮੇਰੇ ਦੋਸਤਾਂ ਮਿੱਤਰਾਂ ਦੇ ਕਰਕੇ ਹੋਇਆ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੋਸ਼ ਨਾ ਕਾਹੂ ਜੋਗ। ਦੋਸ਼ ਤੂੰ ਕਿਸੇ ਹੋਰ ਨੂੰ ਨਾ ਦੇ, ਇਹ ਤੇਰੇ ਆਪਣੇ ਹੀ ਕੀਤੇ ਹੋਏ ਕਰਮਾਂ ਦਾ ਸਾਰਾ ਨਤੀਜਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਰਾਮਕਲੀ ਰਾਗ ਦੇ ਅੰਦਰ ਮਨੁੱਖ ਨੂੰ ਸਮਝਾਉਂਦੇ ਨੇ। ਸਾਹਿਬ ਕਹਿੰਦੇ ਨੇ, ਦੋਸ਼ ਨਾ ਦੀਜੈ ਕਾਹੂ ਲੋਗ, ਜੋ ਕਮਾਵਣ ਸੋਈ ਭੋਗ। ਸਾਹਿਬ ਕਹਿਣ ਲੱਗੇ, ਕਿਸੇ ਹੋਰ ਨੂੰ ਦੋਸ਼ ਨਾ ਦੇ। ਜੋ ਤੂੰ ਕਰਦਾ ਹੈ ਉਹ ਤੈਨੂੰ ਆਪੇ ਹੀ ਭੋਗਣਾ ਪੈਣਾ ਹੈ। ਭਗਤ ਤਰਲੋਚਨ ਜੀ ਤਨਾਸਰੀ ਰਾਗ ਦੇ ਅੰਦਰ ਆਪਣੀ ਹੀ ਜਿੰਦ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਇਹ ਭੁੱਲੀਏ ਜਿੰਦੇ, ਤੂੰ ਪਰਮੇਸ਼ਰ ਨੂੰ ਉਲਾਮਾ ਕਿਉਂ ਦਿੰਦੀ ਹੈ? ਕਿਉਂਕਿ ਜਦੋਂ ਕਿਤੇ ਮਨੁੱਖ ਨੂੰ ਦੁੱਖ ਆਉਂਦਾ ਹੈ ਤੇ ਇਹ ਪਰਮੇਸ਼ਰ ਤੱਕ ਉਲਾਮੇ ਦੇਣ ਵਾਸਤੇ ਤੁਰ ਪੈਂਦਾ ਹੈ। ਤੇ ਭਗਤ ਤਰਲੋਚਨ ਜੀ ਆਖਦੇ ਨੇ, ਨਾਰਾਇਣ ਨਿੰਦਸ ਕਾਹੇ ਭੁਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਭਗਤ ਨਾਮਦੇਵ ਜੀ ਕਹਿਣ ਲੱਗੇ, ਐ ਭੁੱਲੀਏ ਜਿੰਦੇ, ਤੂੰ ਪਰਮੇਸ਼ਰ ਨੂੰ ਕਿਉਂ ਨਿੰਦਦੀ ਪਈ ਹੈ? ਦੋ ਕ੍ਰਿਤ ਭਾਵ ਮਾੜੇ ਕਰਮ, ਸੋ ਕ੍ਰਿਤ ਚੰਗੇ ਕਰਮ। ਦੁੱਖ ਸੁੱਖ ਜਿਹੜੇ ਨੇ
ਇਹ ਤੇਰੇ ਆਪਣੇ ਕਰਮ ਦੇ ਕਾਰਨ ਤੈਨੂੰ ਪ੍ਰਾਪਤ ਹੋਏ ਨੇ। ਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਹੀ ਗੱਲ ਕਹਿੰਦੇ ਨੇ ਵੀ ਐ ਸੱਜਣਾ, ਜੇ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਚੰਗੇ ਕਰਮ ਕਰੇਗਾ ਤਾਂ ਇਹਦਾ ਨਤੀਜਾ ਤੈਨੂੰ ਚੰਗਾ ਮਿਲੇਗਾ, ਸੁੱਖ ਮਿਲੇਗਾ। ਮਾੜੇ ਕਰਮ ਕਰੇਗਾ ਤੇ ਇਹਦਾ ਨਤੀਜਾ ਦੁੱਖ ਦੇ ਰੂਪ ਦੇ ਵਿੱਚ ਤੇਰੇ ਸਾਹਮਣੇ ਆਵੇਗਾ। ਇਸ ਕਰਕੇ ਮੰਦਾ ਕਰਮ ਕਦੀ ਵੀ ਜ਼ਿੰਦਗੀ ਦੇ ਵਿੱਚ ਨਾ ਕਰੀ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਏ। ਲੰਬੀ ਅਗਲੇ ਸਮੇਂ ਦੀ ਸੋਚ ਕਰਕੇ ਤੂੰ ਹੁਣ ਚੱਲ ਰਹੇ ਸਮੇਂ ਦੇ ਅੰਦਰ ਕਰਮ ਕਰ, ਤਾਂ ਜੋ ਤੈਨੂੰ ਦੁੱਖ ਜ਼ਿੰਦਗੀ ਦੇ ਅੰਦਰ ਪ੍ਰਾਪਤ ਨਾ ਹੋਵੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਭੁੱਲ ਜਾਣ ਦੇ ਨਾਲ ਸਾਰੇ ਰੋਗ ਜਿਹੜੇ ਨੇ ਉਹ ਆ ਜਾਂਦੇ ਨੇ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਗਮ ਚੈ ਬਾਸ਼ਦ, ਗਮ ਕੀ ਹੈ? ਤੇ ਉੱਤਰ ਦਿੰਦੇ ਨੇ, ਗਫਲਤ ਅੱਜ ਜਾਦੇ ਖੁਦਾਇਆ, ਵੀ ਪਰਮੇਸ਼ਰ ਦੀ ਯਾਦ ਨੂੰ ਭੁੱਲ ਜਾਣਾ ਗਮ ਹੈ। ਫਿਰ ਕਹਿੰਦੇ ਨੇ, ਖੁਸ਼ੀ ਕੀ ਹੈ? ਚੀਸਤ ਸ਼ਾਦੀ, ਖੁਸ਼ੀ ਕੀ ਹੈ? ਯਾਦ ਏ ਬੇ ਮਿਨਤਰਾ, ਭਾਵ ਪਰਮਾਤਮਾ ਹੀ ਖੁਸ਼ੀ ਹੈ, ਉਹਨੂੰ ਯਾਦ ਕਰਨਾ ਹੀ ਭਗਤ ਭਾਈ ਨੰਦ ਲਾਲ ਜੀ ਕਹਿੰਦੇ ਨੇ ਵੀ ਉਹ ਖੁਸ਼ੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ। ਜੇ ਕੀਚੇ ਲੱਖ ਉਪਾਵ, ਤਾਂ ਕਹੀ ਨਾ ਭੁੱਲੀਐ। ਸਭ ਕਹਿਣ ਲੱਗੇ, ਸਾਰੇ ਦੁੱਖ ਉਸ ਵੇਲੇ ਤੈਨੂੰ ਸਤਾਉਣ ਲੱਗ ਪੈਣਗੇ ਜਦੋਂ ਤੂੰ ਪਰਮੇਸ਼ਰ ਨੂੰ ਭੁੱਲ ਜਾਵੇਂਗਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਸ ਖਸਮ ਨਾ ਆਵੈ ਚਿੱਤ, ਤਿਸ ਜਮ ਡੰਡ ਦੇ। ਜਿਸ ਖਸਮ ਨਾ ਆਵੀ ਚਿੱਤ, ਰੋਗੀ ਸੇ ਗਣੇ। ਜਿਸ ਖਸਮ ਨਾ ਆਵੀ ਚਿੱਤ, ਸੋ ਖਰੋ ਹੰਕਾਰੀਆਂ। ਸੋਈ ਦੋਹੇਲਾ ਜਗ, ਜਿਨ ਨਾਉ ਵਿਸਾਰੀਆਂ। ਸਭ ਕਹਿਣ ਲੱਗੇ, ਜਿਹੜਾ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਉਹ ਆਪਣੇ ਜੀਵਨ ਦੇ ਅੰਦਰ ਖੁਆਰ ਹੁੰਦਾ ਹੈ। ਆਪਣੇ ਜੀਵਨ ਦੇ ਅੰਦਰ ਉਹ ਪਰਮੇਸ਼ਰ ਦੇ ਨਾਲੋਂ ਟੁੱਟ ਕੇ ਦੁੱਖ ਪਾਉਂਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਉਹਨੂੰ ਰੋਗ ਜਿਹੜੇ ਨੇ ਉਹ ਚਿੰਬੜ ਜਾਂਦੇ ਨੇ। ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਬੇਮੁਖ ਹੋਏ ਰਾਮ ਤੇ, ਜਿਹੜਾ ਪਰਮੇਸ਼ਰ ਤੋਂ ਬੇਮੁਖ ਹੋ ਜਾਂਦਾ, ਭਾਵ ਪਰਮੇਸ਼ਰ ਦੇ ਰਜ਼ਾ ਵਿੱਚ ਨਹੀਂ ਚੱਲਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਲੱਗਣ ਜਨਮ ਵਿਜੋਗ। ਵਿਜੋਗ ਦਾ ਅਰਥ ਹੁੰਦਾ ਵਿਛੋੜਾ। ਉਹਨੂੰ ਜਨਮਾਂ ਜਨਮੰਤਰਾਂ ਦੇ ਵਿਛੋੜੇ ਪੈ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਫਿਰ ਉਸ ਮਨੁੱਖ ਦੀ ਹਾਲਾਤ ਕੀ ਹੁੰਦੀ ਹੈ? ਜਮ ਜਮ ਮਰੈ, ਮਰੈ ਫਿਰ ਜਮੈ। ਬਹੁਤ ਸਜਾਏ ਪਿਆ ਦੇਸ਼ ਲੰਮੈ। ਜਿਨ ਕੀਤਾ ਤਿਸੇ ਨਾ ਜਾਣੇ ਅੰਦਾ, ਤਾਂ ਦੁੱਖ ਸਹੇ ਪਰਾਣੀਆਂ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹ ਜੰਮਦਾ ਹੈ ਤੇ ਮਰਦਾ ਹੈ, ਜੰਮਦਾ ਹੈ ਮਰਦਾ ਹੈ, ਭਾਵ ਵੱਖ-ਵੱਖ ਜੂਨਾਂ ਵਿੱਚ ਉਹਨੂੰ ਭਰਮਣਾ ਪੈਂਦਾ ਹੈ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਖਿਨ ਦੇ ਵਿੱਚ ਜਿਹੜੇ ਉਹਨੇ ਮਾਇਆ ਦੇ ਭੋਗ ਭੋਗੇ ਹੁੰਦੇ ਨੇ ਉਹ ਕੌੜੇ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਦੀ ਯਾਦ ਤੋਂ ਬਿਨਾਂ ਸੰਸਾਰ ਵਿੱਚ ਰਹਿੰਦਿਆਂ ਪਦਾਰਥ ਉਹ ਦੁਖਦਾਈ ਬਣ ਜਾਂਦੇ ਨੇ। ਸਾਹਿਬ ਦਾ ਪਾਵਨ ਬਚਨ ਹੈ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉਠ ਖਲੋਏ ਰੋਗ। ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੁੱਲੈ ਦਾਰੂ ਲਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਖਸਮ ਨੂੰ ਵਿਸਾਰ ਕੇ ਜੋ ਰਸ ਦਾ ਭੋਗ ਭੋਗਦਾ ਹੈ ਮਨੁੱਖ, ਉਹ ਸਰੀਰ ਵਾਸਤੇ ਰੋਗ ਬਣ ਜਾਂਦੇ ਨੇ। ਰੋਗ ਇੱਥੇ ਕਿਹੜੇ ਨੇ? ਰੋਗ ਇੱਥੇ ਨੇ ਕਾਮ, ਕ੍ਰੋਧ,
ਲੋਭ ਮੋਹ ਹੰਕਾਰ, ਇਹ ਸਾਰੇ ਵਿਕਾਰ ਜਿਹੜੇ ਨੇ ਇਹ ਰੋਗ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤਿਸਨਾ ਵੱਡਾ ਰੋਗ ਲੱਗਾ। ਤਿਸਨਾ ਨੂੰ ਵੀ ਸਤਿਗੁਰੂ ਮਹਾਰਾਜ ਨੇ ਰੋਗ ਆਖਿਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਬਾਬਾ ਫਰੀਦ ਜੀ ਕਹਿੰਦੇ ਨੇ ਇਹ ਦੇਖਣ ਨੂੰ ਪਦਾਰਥ ਜਿਹੜੇ ਨੇ ਇਹ ਖੰਡ ਵਰਗੇ ਨੇ, ਪਰ ਅਸਲ ਦੇ ਵਿੱਚ ਇਹ ਵਿਸ ਦੇ ਨਾਲ, ਜ਼ਹਿਰ ਦੇ ਨਾਲ ਭਰੇ ਹੋਏ ਨੇ। ਤੇ ਸੰਸਾਰ ਇਹਨੂੰ ਭੋਗਦਾ ਹੋਇਆ ਆਪਣੇ ਜੀਵਨ ਦੇ ਅੰਦਰ ਖੁਆਰ ਹੁੰਦਾ ਹੈ, ਆਪਣੇ ਜੀਵਨ ਦਾ ਲਾਹਾ ਪ੍ਰਾਪਤ ਨਹੀਂ ਕਰ ਸਕਦਾ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਤੂੰ ਕਿਹਦੇ ਕੋਲ ਜਾ ਕੇ ਰੋਵੇਂਗਾ, ਕਿਉਂਕਿ ਤੇਰੇ ਵਿੱਚ ਫਿਰ ਕਿਸੇ ਨੇ ਵਿਚੋਲਗੀ ਨਹੀਂ ਕਰਨੀ। ਜਿਹੜੇ ਤੂੰ ਮਾਇਆ ਦੇ ਭੋਗ ਭੋਗੇ ਹੋਏ ਨੇ ਉਹਨਾਂ ਦਾ ਨਤੀਜਾ ਜਦੋਂ ਦੁੱਖਾਂ ਦੇ ਰੂਪ ਦੇ ਵਿੱਚ ਆਉਣਾ, ਸਾਹਿਬ ਕਹਿਣ ਲੱਗੇ ਫਿਰ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਸਾਹਿਬ ਆਖਦੇ ਨੇ ਪਾਪ ਕਰਿੰਦੜ ਸਰ ਪਰ ਮੁੱਠੈ, ਅਜ਼ਰਾਇਰ ਫੜੇ ਫੜ ਕੁੱਠੈ। ਦੋਜਕ ਪਾਏ ਸਿਰਜਨਹਾਰੈ, ਲੇਖਾ ਮੰਗੈ ਬਾਣੀਆਂ, ਸੰਗ ਨਾ ਕੋਈ ਭਇਆ ਬੇਬਾ। ਸਭ ਕਹਿਣ ਲੱਗੇ ਉਹ ਪਾਪ ਕਰਮ ਜਿਹੜੇ ਤੂੰ ਕੀਤੇ ਨੇ ਉਹ ਦੇ ਕਾਰਨ ਤੂੰ ਲੁੱਟਿਆ ਜਾਣਾ ਹੈ। ਤੇ ਫਿਰ ਅਜ਼ਰਾਇਲ ਨੇ ਭਾਵ ਮੌਤ ਦੇ ਫਰਿਸ਼ਤੇ ਨੇ ਤੈਨੂੰ ਫੜ ਕੇ ਲੈ ਜਾਣਾ, ਤੈਨੂੰ ਉਹ ਸਜ਼ਾ ਦੇਵੇਗਾ। ਤੇਰਾ ਲੇਖਾ ਉਹ ਲਿਖਿਆ ਲਿਖ ਜਾਣਾ, ਤੇਰਾ ਲੇਖਾ ਜਿਹੜਾ ਹੈ ਉਹ ਦੇਖਿਆ ਜਾਣਾ, ਤੇ ਫਿਰ ਤੈਨੂੰ ਦੋਜਕ ਦੀ ਅੱਗ ਦੇ ਵਿੱਚ ਸੁੱਟਿਆ ਜਾਣਾ। ਤੇ ਉਸ ਦੁੱਖ ਦੇ ਵਿੱਚ ਸਾਹਿਬ ਕਹਿਣ ਲੱਗੇ ਸੰਗ ਨਾ ਕੋਈ ਭਇਆ ਬੇਬਾ, ਨਾ ਤੇਰਾ ਭੈਣ ਨਾ ਕੋਈ ਭਰਾ, ਕਿਸੇ ਨੇ ਵੀ ਤੇਰਾ ਸਾਥ ਨਹੀਂ ਜੇ ਦੇਣਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਆਖੇ ਰੇ ਮਨਾ, ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆਂ, ਬੈਠਾ ਕੱਢ ਬਹੀ, ਤਲਬਾ ਪੋਸਨ ਆਕੀਆਂ, ਬਾਕੀ ਜਿਨਾ ਰਹੀ। ਅਜ਼ਰਾਇਲ ਫਰਿਸ਼ਤਾ ਹੁਸੀ ਆਏ ਤਈ, ਆਵਣ ਜਾਣ ਨਾ ਸੁਝਈ, ਭੀੜੀ ਗਲੀ ਫਹੀ, ਕੂੜ ਨਖੁੱਟੇ ਨਾਨਕਾ, ਓੜਕ ਸੱਚ ਰਹੀ। ਕਹਿਣ ਲੱਗੇ ਜਿਹੜੇ ਕੂੜ ਦੇ ਵਪਾਰੀ ਨੇ ਆਖਰ ਉਹ ਫਸ ਜਾਣਗੇ, ਜਿਹੜੇ ਸੱਚ ਦੇ ਨਾਲ ਜੁੜ ਗਏ ਉਹੀ ਕੇਵਲ ਤੇ ਕੇਵਲ ਉਹਨਾਂ ਦਾ ਪਾਰ ਉਤਾਰਾ ਹੋਣਾ ਹੈ। ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੋ ਜਿਹੇ ਤੂੰ ਕਰਮ ਕੀਤੇ ਪੁਰਾਣੇ ਸਮੇਂ ਦੇ ਵਿੱਚ, ਉਵੇਂ ਤੇਰੇ ਧੁਰ ਤੋਂ ਉਹ ਸੰਜੋਗ ਲਿਖੇ ਗਏ। ਉਹ ਤੇਰੇ ਜੀਵਨ ਦੇ ਅੰਦਰ ਦੁੱਖ ਤੇ ਸੁੱਖ ਦੇ ਰੂਪ ਵਿੱਚ ਤੇਰਾ ਜੀਵਨ ਲਿਖਿਆ ਗਿਆ। ਤੇ ਸਾਹਿਬ ਕਹਿਣ ਲੱਗੇ ਫਿਰ ਕੋਈ ਵੀ ਵਿੱਚ ਕੁਝ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਜਪਜੀ ਸਾਹਿਬ ਦੇ ਵਿੱਚ ਵੀ ਕਹਿੰਦੇ ਨੇ ਕਿ ਪੁੰਨ ਤੇ ਪਾਪ ਕੇਵਲ ਆਖਣ ਤੱਕ ਨਹੀਂ ਹੈ, ਇਹ ਅਸਲ ਦੇ ਵਿੱਚ ਸੱਚਾਈ ਹੈ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਸਭ ਕਹਿਣ ਲੱਗੇ ਜਿਹੋ ਜਿਹਾ ਬੀਜੇਗਾ ਉਹ ਜਿਹਾ ਤੈਨੂੰ ਖਾਣਾ ਪਏਗਾ। ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਤੂੰ ਆਉਂਦਾ ਤੇ ਜਾਂਦਾ ਰਹੇਗਾ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਬਿਯੋਗ, ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਹੈ। ਜੇ ਮਨੁੱਖ ਨੂੰ ਵੱਡੇ ਭਾਗਾਂ ਦੇ ਨਾਲ ਕਿਤੇ ਪਰਮੇਸ਼ਰ ਮਿਲ ਜਾਵੇ ਤਾਂ ਉਤਰੇ ਸਭ ਵਿਯੋਗ, ਤਾਂ ਸਾਰੇ ਵਿਛੋੜੇ ਦੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਤੂੰ ਆਪਣੇ ਮਾਲਕ ਦੇ ਅੱਗੇ ਅਰਦਾਸ ਕਰ, ਜਿਵੇਂ ਕੂਕਰ ਆਪਣੇ ਮਾਲਕ ਦੇ ਅੱਗੇ ਪੂੰਛਲ ਹਿਲਾਉਂਦਾ ਹੈ, ਉਹਦੇ ਪੈਰ ਚੁੰਮਦਾ ਹੈ,
ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਤੇ ਉਹਦਾ ਮਾਲਕ ਉਹਨੂੰ ਸਭ ਕੁਝ ਦੇ ਦਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਤੂੰ ਵੀ ਅੱਗੇ ਪਰਮੇਸ਼ਰ ਦੇ ਇਵੇਂ ਕਰ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ, पूर्व जन्म हम तुमरे सेवक, अब तो मिटिया ना जाई, तेरे द्वारे तुन सहज की, माथे मेरे दगाई। उस परमेश्वर दे अगे कूक पुकार। बाबा कबीर जी कहते ने, रात ते दिन इवें उस परमेश्वर दे अगे कूक, उस परमेश्वर दे अगे अरदास कर। कबीर केसो केसो कूकीए, ना सोइए असार, दिवस रात दिवस के कूकने, कबू के सुने पुकार। रात ते दिन तू ਉਹਦੇ ਅੱਗੇ ਅਰਦਾਸ ਕਰ, ਉਹ ਤੇਰੀ ਅਰਦਾਸ ਜ਼ਰੂਰ ਸੁਣੇਗਾ। ਬਾਬਾ ਰਵਿਦਾਸ ਜੀ ਵੀ ਇਸ ਗੱਲ ਨੂੰ ਸਮਝਾਉਣਾ ਕਰਦੇ ਨੇ, ਕਹਿੰਦੇ ਨੇ ਬੜੇ ਜਨਮ ਹੋ ਗਏ ਉਸ ਪਰਮੇਸ਼ਰ ਦੇ ਨਾਲੋਂ ਵਿਛੜਿਆ ਹੋਇਆਂ, ਤੇ ਇਹ ਪਰਮੇਸ਼ਰ ਇਸ ਆਸ ਦੇ ਨਾਲ ਮੈਂ ਜਿਉਂਦਾ ਹਾਂ ਕਿ ਤੇਰੇ ਦਰਸ਼ਨ ਹੋਵਣਗੇ। ਬਹੁਤ ਜਨਮ ਬਿਸਰੇ ਤੇ ਮਾਦੋ, ਇਹ ਜਨਮ ਤੁਮਾਰੇ ਲਿਖੈ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਬੜਾ ਚਿਰ ਹੋ ਗਿਆ ਤੇਰੇ ਦਰਸ਼ਨ ਕੀਤਿਆਂ, ਹੁਣ ਆਪਣੇ ਨਾਲ ਮਿਲਾ ਲੈ। ਤੇ ਸਾਹਿਬ ਕਹਿੰਦੇ ਨੇ, ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੋਚ। हे ਨਾਨਕ, ਇਹ ਪਰਮੇਸ਼ਰ ਮੈਨੂੰ ਰੱਖ ਲੈ, ਕਿਉਂਕਿ ਉਹ ਪਰਮੇਸ਼ਰ ਬੰਦੀ ਮੋਚ ਭਾਵ ਬੰਧਨਾਂ ਤੋਂ ਛੁਟਕਾਰਾ ਕਰਨ ਵਾਲਾ ਹੈ, ਬੰਧਨਾਂ ਤੋਂ ਮੁਕਤ ਕਰਨ ਵਾਲਾ, ਆਜ਼ਾਦ ਕਰਨ ਵਾਲਾ ਹੈ। ਤੇ ਪਰਮੇਸ਼ਰ ਦੇ ਅੱਗੇ ਅਰਦਾਸ ਕਰ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਵਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। खेद करे और बहुत संतावै, आयो शरण तुमा तुहारे, कर कर हारियो अनेक बहु भांति, छोड़ै कतहु नाही, एक बात सुनता की ओटा, साध संग मिट जाही। सब कहने की एक बात सुनी, एक गल सुनी है कि मैं सतसंगत दी ओट लवां ਤੇ ਮੇਰੇ ਕੀਤੇ ਹੋਏ ਮਾੜੇ ਕਰਮ, ਕੀਤੇ ਹੋਏ ਮੰਦੇ ਕਰਮ ਜਿਹੜੇ ਨੇ ਉਹ ਖਤਮ ਹੋ ਜਾਵਣਗੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਚਲਾ ਜਾ, ਸਤ ਸੰਗਤ ਦੇ ਵਿੱਚ ਜੁੜ ਕਰਕੇ ਉਸ ਪਰਮੇਸ਼ਰ ਨੂੰ ਆਰਾਧ। ਤੇ ਸਤਿਗੁਰੂ ਮਹਾਰਾਜ ਆਖਰ ਦੇ ਵਿੱਚ ਕਹਿੰਦੇ ਨੇ, ਕਤਕ ਹੋਵੇ ਸਾਧ ਸੰਗ, ਬਿਨਸੈ ਸਭੇ ਸੋਚ। ਸਤਿਗੁਰੂ ਮਹਾਰਾਜ ਕਹਿੰਦੇ, ਕੱਤਕ ਦੇ ਮਹੀਨੇ ਦੇ ਅੰਦਰ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋ ਜਾਵੇ, ਬਿਨਸੈ ਸਭੇ ਸੋਚ, ਸੋਚ ਦਾ ਅਰਥ ਹੁੰਦਾ ਫਿਕਰ, ਉਹਨਾਂ ਦੇ ਸਾਰੇ ਫਿਕਰ, ਉਹਨਾਂ ਦੀ ਸਾਰੀਆਂ ਚਿੰਤਾਵਾਂ, ਝੋਰੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਬਿਨਸ ਜਾਂਦੇ ਨੇ। ਤੇ ਖਿਆਲ ਕਰਨਾ, ਜਿਹੜਾ ਮਨੁੱਖ ਹੈ, ਰੱਬ ਦੇ ਨਾਲੋਂ ਟੁੱਟਿਆ ਹੋਇਆ ਹੈ, ਉਹਨੂੰ ਹਮੇਸ਼ਾ ਚਿੰਤਾ ਲੱਗੀ ਰਹਿੰਦੀ ਹੈ। ਕਦੀ ਕਾਰੋਬਾਰ ਦੀ ਚਿੰਤਾ, ਕਦੀ ਧੀਆਂ ਪੁੱਤਰਾਂ ਦੀ ਚਿੰਤਾ, ਕਦੀ ਕਿਸੇ ਪ੍ਰਕਾਰ ਦੀ ਚਿੰਤਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਚਿੰਤਾ ਦੇ ਵਿੱਚ ਉਹ ਸੌਂ ਵੀ ਨਹੀਂ ਸਕਦਾ। ਮਨਮੁਖ ਭਰਮੇ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ। ਉਹ ਨੀਂਦ ਦੇ ਵਿੱਚ ਸੋ ਵੀ ਨਹੀਂ ਸਕਦਾ, ਕਿਉਂਕਿ ਅੰਦਰ ਚਿੰਤਾ ਲੱਗੀ ਹੋਈ ਹੈ। ਪਰ ਇਸ ਤੋਂ ਉਲਟ ਜਿਹੜਾ ਸਤ ਸੰਗਤ ਵਿੱਚ ਜਾਂਦਾ ਹੈ, ਕਤਕ ਹੋਵੇ ਸਾਧ ਸੰਗ, ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋ ਜਾਂਦੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਸਹਿਜ ਆ ਜਾਂਦਾ ਹੈ, ਉਹਦਾ ਜੀਵਨ ਬਣ ਜਾਂਦਾ ਹੈ। ਸਹਿਜੇ ਜਾਗੇ ਸਹਿਜੇ ਸੋਵੇ, ਗੁਰਮੁਖ ਅਨ ਦਿਨ ਉਸਤਤ ਹੋਵੇ। ਉਹ ਤੇ ਅਨ ਦਿਨ ਭਾਵ ਹਮੇਸ਼ਾ ਹੀ ਦਿਨ ਰਾਤ ਪਰਮੇਸ਼ਰ ਦੀ ਉਸਤਤ ਵਿੱਚ ਰੱਖਿਆ ਲੱਗਾ ਰਹਿੰਦਾ ਹੈ। ਉਹ ਗੁਰਮੁਖ ਪਰਮੇਸ਼ਰ ਦੀ ਯਾਦ ਵਿੱਚ ਜੀਵਨ ਜਿਉਂਦਾ ਹੈ, ਉਹਦਾ ਜੀਵਨ ਸਹਿਜ ਬਣ ਜਾਂਦਾ ਹੈ। ਤੇ ਬਾਬਾ ਕਬੀਰ ਜੀ ਬੜੀ ਪਿਆਰੀ ਗੱਲ ਸਾਡੇ ਸਨਮੁਖ ਰੱਖਦੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ, ਤੂੰ ਸਤ ਸੰਗਤ ਵਿੱਚ ਜਾ
ਕੁਝ ਸਮਾਂ ਗੁਜ਼ਾਰ, ਤੈਨੂੰ ਜ਼ਰੂਰ ਲਾਭ ਮਿਲੇਗਾ। ਕਬੀਰ ਏਕ ਘਰੀ, ਆਦਿ ਘਰੀ, ਆਦਿ ਹੂੰ ਤੇ ਆਦ, ਭਗਤ ਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਸਭ ਕਹਿਣ ਲੱਗੇ ਤੈਨੂੰ ਲਾਭ ਪ੍ਰਾਪਤ ਹੋਵੇਗਾ ਜਦੋਂ ਤੂੰ ਸਤ ਸੰਗਤ ਵਿੱਚ ਜਾ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜੇਗਾ। ਅੱਜ ਦੇ ਇਸ ਮੁਬਾਰਕ ਪਾਵਨ ਬਚਨ ਦੇ ਅੰਦਰ ਸਤਿਗੁਰ ਮਹਾਰਾਜ ਨੇ ਸਾਨੂੰ ਇਹੀ ਸਮਝਾਉਣਾ ਕੀਤਾ ਵੀ ਸਤ ਸੰਗਤ ਵਿੱਚ ਜਾਓ। ਸਤ ਸੰਗਤ ਵਿੱਚ ਜਾਇਆ ਹੀ ਮਨੁੱਖ ਦਾ ਪਾਰ ਉਤਾਰਾ ਹੋਵੇਗਾ, ਕਿਉਂਕਿ ਸਤ ਸੰਗਤ ਵਿੱਚ ਜਾਇਆ ਪਰਮੇਸ਼ਰ ਦੀ ਯਾਦ ਵਿੱਚ ਜੁੜੇਗਾ। ਪਰਮੇਸ਼ਰ ਦੀ ਯਾਦ ਵਿੱਚ ਜੁੜਿਆਂ ਵਿਕਾਰਾਂ ਤੋਂ ਇਹਦੀ ਖਲਾਸੀ ਹੋਵੇਗੀ। ਵਿਕਾਰਾਂ ਤੋਂ ਖਲਾਸੀ ਹੋਵੇਗੀ, ਇਹਦੇ ਕਰਮ ਚੰਗੇ ਹੋਵਣਗੇ, ਤੇ ਕਰਮ ਚੰਗੇ ਹੋਵਣਗੇ ਤੇ ਇਹਦੇ ਜੀਵਨ ਦੇ ਅੰਦਰ ਸੁੱਖ ਤੇ ਆਨੰਦ ਬਣ ਜਾਵੇਗਾ। ਸਤਿਗੁਰ ਕਿਰਪਾ ਕਰੇ। ਚੜ੍ਹਿਆ ਹੋਇਆ ਇਹ ਕੱਤਕ ਦਾ ਮਹੀਨਾ ਅਸੀਂ ਸਤ ਸੰਗਤ ਵਿੱਚ ਗੁਜ਼ਾਰੀਏ, ਪਰਮੇਸ਼ਰ ਦੀ ਇਬਾਦਤ ਵਿੱਚ ਜੁੜੀਏ, ਪਰਮੇਸ਼ਰ ਦੇ ਧੰਨਵਾਦ ਵਿੱਚ ਜੁੜੀਏ। ਫਿਰ ਸਾਡਾ ਇਹ ਲੋਕ ਪਰਲੋਕ ਸੁਹੇਲਾ ਹੋ ਜਾਵੇਗਾ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।